ਕਿਸੇ ਵੀ ਦੇਸ਼ ਵਿੱਚ ਜਿਹੜੇ ਪੈਸੇ ਆ ਉਹ ਦਰਖਤਾਂ ਨੂੰ ਨਹੀਂ ਲੱਗਦੇ ਕਿ ਵੀ ਉੱਥੇ ਕੋਈ ਤੋੜਨੇ ਆ ਤੇ ਜਾ ਕੇ ਝੋਲੀਆਂ ਭਰ ਲੈਣੀਆਂ। ਕੰਮ ਉੱਥੇ ਵੀ ਕਰਨਾ ਪੈਂਦਾ। ਆਪਾਂ ਦੋ ਥਾਵਾਂ ਦੀ ਤੁਲਨਾ ਕਰਦੇ ਹਾਂ। ਇੱਕ ਤੁਲਨਾ ਕਰਦੇ ਹਾਂ ਕੈਨੇਡਾ ਦੀ ਤੇ ਇੱਕ ਤੁਲਨਾ ਕਰਦੇ ਹਾਂ ਪੰਜਾਬ ਦੀ। ਪੰਜਾਬ ਦੀ ਜਿਹੜੀ ਆਬਾਦੀ ਆ ਇਸ ਵੇਲੇ ਉਹ 2.25 ਕਰੋੜ ਤੋਂ 3 ਕਰੋੜ ਦੇ ਦਰਮਿਆਨ। ਸਾਰੇ ਕੈਨੇਡਾ ਦੀ ਆਬਾਦੀ ਇਸ ਵੇਲੇ 2.25 ਤੋਂ 3 ਕਰੋੜ ਦੇ ਦਰਮਿਆਨ। ਤੇ ਭਾਰਤ ਦੇ ਮੁਕਾਬਲੇ ਕੈਨੇਡਾ 3 ਗੁਣਾ ਵੱਡਾ ਹੈ। ਇਸ ਵੇਲੇ ਜਿਹੜਾ ਸਭ ਤੋਂ ਵੱਡਾ ਪ੍ਰਵਾਸ ਹੋ ਰਿਹਾ ਉਹ ਕੈਨੇਡਾ ਵੱਲ ਨੂੰ ਹੀ ਹੋ ਰਿਹਾ ਨਾ। ਉੱਥੇ ਆਬਾਦੀ ਦਾ ਪ੍ਰੈਸ਼ਰ ਘੱਟ ਆ, ਸਾਡੇ ਇੱਥੇ ਆਬਾਦੀ ਦਾ ਪ੍ਰੈਸ਼ਰ ਵੱਧ ਆ। ਅਤੇ ਸਿੱਟੇ ਵਜੋਂ ਇੱਥੇ ਸਾਡੇ ਜਿਹੜੀਆਂ ਕਹਿ ਸਕਦੇ ਹਾਂ ਨੌਕਰੀਆਂ ਜਾਂ ਰੁਜ਼ਗਾਰ ਦੇ ਮੌਕੇ ਉਹ ਘੱਟ ਆ। ਜ਼ਮੀਨ ਬਹੁਤ ਵਧੀਆ ਪਰ ਉਹ ਜ਼ਮੀਨ ਵੰਡੀ ਗਈ। ਖਾਸ ਕਰਕੇ ਜਿਹੜੇ ਜੱਟ ਕਿਸਾਨੀ ਦਾ ਪ੍ਰਵਾਸ ਹੋ ਰਿਹਾ ਉਹਦੇ ਪਿੱਛੇ ਬੁਨਿਆਦੀ ਕਾਰਨ ਇਹ ਹੈਗਾ ਕਿ ਜ਼ਮੀਨ ਲਗਾਤਾਰ ਵੰਡੀ ਗਈ। ਤਾਂ ਜ਼ਮੀਨ ਨੇ ਤਾਂ ਵਧਣਾ ਨਹੀਂ ਹੈ। ਜਿਉਂ-ਜਿਉਂ ਪਰਿਵਾਰ ਵਧੇ ਤੇ ਉਵੇਂ ਜ਼ਮੀਨ ਵੰਡੀ ਗਈ। ਹੁਣ ਜ਼ਮੀਨ ਉਹਨਾਂ ਜਿਹਨੂੰ ਕਹਿ ਸਕਦੇ ਹਾਂ ਕਿ ਖੇਤੀ ਹੈ ਜਿਹੜੀ ਉਹ ਲਾਹੇਵੰਦਾ ਧੰਦਾ ਨਹੀਂ ਰਿਹਾ, ਪ੍ਰੋਫਿਟੇਬਲ ਧੰਦਾ ਨਹੀਂ ਰਿਹਾ ਕਿ ਜਿਹਦੇ ਵਿੱਚੋਂ ਉਹ ਆਪਣਾ ਚੰਗਾ ਜੀਵਨ ਪੱਧਰ ਬਣਾ ਸਕਣ। ਇੱਥੋਂ ਤੱਕ ਕਿ ਮੈਂ ਕੈਨੇਡਾ ਗਿਆ ਅਤੇ ਮੈਂ ਕੈਨੇਡਾ ਘੁੰਮਿਆ ਅਤੇ ਮੈਂ ਇੱਕ ਧਾਰਨਾ ਬਣਾਈ ਸੀ ਕਿ ਜਿਹਦੇ ਕੋਲੇ ਪੰਜਾਬ ਦੇ ਵਿੱਚ 10 ਕਿੱਲੇ ਜ਼ਮੀਨ ਦੇ ਆ, ਜਿਹਦੇ ਕੋਲੇ ਆਪਣੀ ਮਕਾਨ ਜਾਂ ਜੇ ਸ਼ਹਿਰੀ ਬੰਦਾ ਤਾਂ ਆਪਣੀ ਦੁਕਾਨ ਆ, ਜਾਂ ਜਿਹੜਾ ਵਿਅਕਤੀ ਕਿਹਾ ਜਾ ਸਕਦਾ ਕਿ ਉਹਦੇ ਕੋਲ ਇੱਕ ਸਰਕਾਰੀ ਨੌਕਰੀ ਹੈ ਜਿਹਦੇ 'ਚ ਉਹਨੂੰ ਮਹੀਨੇ ਦਾ 50,000 ਤੋਂ ਵਧੇਰੇ ਆਉਂਦਾ, ਤਾਂ ਉਸ ਬੰਦੇ ਨੂੰ ਕੈਨੇਡਾ ਜਾਣ ਦੀ ਕੋਈ ਜ਼ਰੂਰਤ ਨਹੀਂ ਆ। ਬਾਹਰ ਕੈਨੇਡਾ ਹੋਇਆ, ਅਮਰੀਕਾ ਹੋਇਆ, ਇੰਗਲੈਂਡ ਹੋਇਆ, ਕਿਤੇ ਵੀ ਜਾਣ ਦੀ ਉਹਨੂੰ ਜ਼ਰੂਰਤ ਨਹੀਂ ਹੈ। ਪਰ ਹੁਣ ਪੰਜਾਬ ਦੇ ਵਿੱਚ ਕਿੰਨੇ ਕੁ ਲੋਕ ਆ ਕਿ ਜਿਨ੍ਹਾਂ ਕੋਲ ਜ਼ਮੀਨ 10 ਕਿੱਲਿਆਂ ਤੋਂ ਵੱਧ ਆ? ਕਿੰਨੇ ਕੁ ਲੋਕ ਨੇ ਕਿ ਜਿਨ੍ਹਾਂ ਕੋਲ 50,000 ਤੋਂ ਵਧੇਰੇ ਦੀ ਨੌਕਰੀ ਆ? ਕਿੰਨੇ ਕੁ ਲੋਕ ਆ ਕਿ ਜਿਨ੍ਹਾਂ ਕੋਲ ਆਪਣੀ ਮਕਾਨ ਤੇ ਆਪਣੀ ਚੱਲਦੀ ਦੁਕਾਨ ਆ? ਜੇ ਤਿੰਨੇ ਚੀਜ਼ਾਂ ਨਹੀਂ ਆ ਤਾਂ ਫਿਰ ਉਹਨਾਂ ਨੇ ਉਸ ਦੇਸ਼ਾਂ ਵੱਲ ਨੂੰ ਜਾਣਾ ਹੀ ਜਾਣਾ, ਡਾਰੀ ਮਾਰਨੀ ਆ। ਪਰ ਇਹਦਾ ਨੁਕਸਾਨ ਪੰਜਾਬ ਨੂੰ ਵੀ ਹੋ ਰਿਹਾ। ਨੁਕਸਾਨ ਸਮਰੱਥਾਵਾਨ, ਉਦਮੀ, ਸਿਆਣੇ, ਪੜ੍ਹੇ ਲਿਖੇ ਨੌਜਵਾਨ ਦੇ ਜਾਣ ਦਾ ਹੋ ਰਿਹਾ। ਕਿ ਪਹਿਲਾਂ ਇਹ ਕਿ ਪੈਸਾ ਅਸੀਂ ਖਰਚਿਆ, ਭਾਰਤੀ ਨੇ ਖਰਚਿਆ, ਪੰਜਾਬੀ ਨੇ ਖਰਚਿਆ, ਸਾਡੇ ਕੋਲ ਪੈਸਾ ਖਰਚਿਆ, ਕੰਮ ਕਿਹਦੇ ਆ ਰਿਹਾ, ਉਹਦੀ ਸਕਿੱਲ ਕਿਹਦੇ ਕੰਮ ਆ ਰਹੀ ਹੈ, ਕੈਨੇਡਾ ਦੀ। ਦੂਸਰਾ ਇਹ ਕਿ ਬ੍ਰੇਨ ਡਰੇਨ ਹੋਇਆ, ਸਾਡਾ ਦਿਮਾਗ ਉਹਨਾਂ ਕੋਲ ਚਲਿਆ ਗਿਆ। ਅਗਲੀ ਗੱਲ ਇਹ ਕਿ ਹੁਣ ਮਨੀ ਡਰੇਨ ਹੋਊਗਾ ਕਿ ਜਿਹੜਾ ਪੈਸਾ ਉਹਦਾ ਇੰਡੀਆ ਦੇ ਵਿੱਚ ਉਹਦੀ ਜਿਹੜੀ ਐਨਸੈਸਟਰਲ ਪ੍ਰੋਪਰਟੀ ਆ, ਜਿਹੜੀ ਉਹਦੇ ਮਾਂ ਪਿਓ ਦੀ ਜ਼ਮੀਨ ਜਾਇਦਾਦ ਆ, ਸਾਡੇ ਨਾ ਰਹਿਣ ਤੋਂ ਬਾਅਦ ਉਹ ਕਿੱਥੇ ਜਾਊਗੀ? ਕੈਨੇਡਾ ਸ਼ਿਫਟ ਹੋਊਗੀ। ਉਹਦੇ ਸਾਡੇ ਇੱਕ ਜਾਤ ਸਿਸਟਮ ਆ ਕਿ ਕਿਹੜਾ ਕੰਮ ਕਿਹੜਾ ਬੰਦਾ ਕਰੂਗਾ। ਅਤੇ ਬਹੁਤ ਸਾਰੇ ਕੰਮ ਆ ਜਿਨ੍ਹਾਂ ਨੂੰ ਮੰਨ ਲਓ ਕਿ ਗੰਦੇ ਤੋਂ ਗੰਦਾ ਕੰਮ ਆ ਕਿ ਜੀ ਜਿਹੜੀਆਂ ਟੋਇਲਟਸ ਕਲੀਨ ਕਰਨਾ, ਉਹ ਹੁਣ ਇਹ ਗਟਰ ਦੇ ਵਿੱਚ ਉਤਰਨਾ। ਹੁਣ ਇੱਥੇ ਇੱਕ ਵਿਸ਼ੇਸ਼ ਜਾਤ ਤੋਂ ਬਗੈਰ ਹੋਰ ਕਿਸੇ ਬੰਦੇ ਨੂੰ ਕਹੋ ਤਾਂ ਤੁਹਾਡਾ ਸਿਰ ਪਾੜਨ 'ਤੇ ਆ ਜਾਊਗਾ ਕਿ ਮੈਂ ਇਹ ਕੰਮ ਕਰਾਂ। ਪਰ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਇਹੀ ਕੰਮ ਕਰਦੇ ਆ। ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਹੀਥਰੋ ਹਵਾਈ ਅੱਡੇ 'ਤੇ ਜਦੋਂ ਤੁਸੀਂ ਇੰਗਲੈਂਡ ਉਤਰਦੇ ਆ ਤਾਂ ਬਹੁਤ ਸਾਰਾ ਤੁਹਾਨੂੰ ਸਾਫ਼ ਹੀ ਦਿਖਦਾ ਹੁੰਦਾ ਕਿ ਇਹ ਸਾਡੇ ਪੰਜਾਬੀ ਭਾਈਚਾਰੇ ਦੇ ਬੰਦੇ ਆ ਜਿਹੜੇ ਉੱਥੇ ਕਲੀਨਿੰਗ ਦਾ ਕੰਮ ਕਰਦੇ। ਤਾਂ ਬਾਹਰ ਅਸੀਂ ਇਸ ਨੂੰ ਕਹਿੰਦੇ ਆ ਕਿ ਬੰਦਾ ਵਰਕ ਕਲਚਰ 'ਚ ਪੈ ਜਾਂਦਾ। ਉੱਥੇ ਤਾਂ ਇਸ ਗੱਲ ਦੀ ਖੁਸ਼ੀ ਮਨਾਈ ਜਾਂਦੀ ਹੈ ਕਿ ਬੰਦਾ ਕਿਹੜਾ ਮਰਜ਼ੀ ਕੰਮ ਜਿਹੜਾ ਵੀ ਮਿਲੇ ਉਹੀ ਕਰਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਰ। ਰੈਮਟ ਟੀਮ ਨਾਲ ਜੁੜੇ ਹੋ ਤੁਸੀਂ ਤੇ ਮੈਂ ਸਾਰਿਆਂ ਦਾ ਸਵਾਗਤ ਹੈ। ਹਰ ਕੋਈ ਇਨਸਾਨ ਚਾਹੁੰਦਾ ਹੈ ਕਿ ਮੈਂ ਆਪਣੇ ਜੀਵਨ ਦੇ ਵਿੱਚ ਤਰੱਕੀ ਕਰਾਂ। ਹਰ ਕੋਈ ਇਨਸਾਨ ਚਾਹੁੰਦਾ ਹੈ ਜਾਂ ਹਰ ਕੋਈ ਬੱਚਾ ਵੀ ਇਹ ਚਾਹੁੰਦਾ ਹੁੰਦਾ ਹੈ ਕਿ ਮੈਂ ਆਪਣੇ ਮਾਂ-ਬਾਪ ਨੂੰ ਸੁੱਖ ਦੇਵਾਂ, ਵਧੀਆ ਜ਼ਿੰਦਗੀ ਦੇਵਾਂ। ਉਹ ਜੋ ਚਾਹੁਣ ਜਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਸੰਘਰਸ਼ ਮੈਨੂੰ ਪਾਲਣ ਦੇ ਵਿੱਚ ਕੀਤਾ ਹੈ, ਮੈਂ ਉਹਨਾਂ ਦਾ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਹੀ ਸਹੀ ਉਹ ਅਦਾ ਕਰ ਸਕਾਂ ਕਿ ਉਹਨਾਂ ਦਾ ਜੀਵਨ ਸ਼ੈਲੀ ਨੂੰ ਵਧੀਆ ਬਣਾ ਸਕਾਂ। ਅੱਜ ਦੀ ਦੌੜ ਕੁਝ ਇਸ ਤਰ੍ਹਾਂ ਦੀ ਹੈ ਕਿ ਬਾਹਰ ਜਾਣ ਦੀ ਦੌੜ, ਚਾਹੇ ਰੀਸੈਂਟਲੀ ਦੇ ਵਿੱਚ ਲੈ ਲਓ, ਚਾਹੇ ਇਹ ਲੈ ਲਓ ਕਿ ਮਜਬੂਰੀਆਂ ਪੈ ਗਈਆਂ, ਜਾਂ ਇਹ ਕਰ ਲਈਏ ਕਿ ਹਾਂ ਉਹ ਫਲਾਣਾ ਗੁਆਂਢੀ ਚਲੇ ਗਿਆ, ਜਾਂ ਸਾਡੇ ਮੁਹੱਲੇ ਦੇ ਵਿੱਚ 6 ਜਵਾਕ ਸੀਗੇ, ਉਹ 6 ਦੇ ਵਿੱਚੋਂ 4 ਜਾ ਚੁੱਕੇ ਨੇ, ਅਸੀਂ 2 ਜਣੇ ਰਹਿੰਦੇ ਹਾਂ, ਜਾਂ ਇਹ ਦਿਮਾਗ ਦੇ ਵਿੱਚ ਮੈਂਟੈਲਿਟੀ ਲੈ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸਾਡੇ ਨਾਲ ਰਜਿੰਦਰਪਾਲ ਸਿੰਘ ਬਰਾੜ ਵੀ ਹੋਣਗੇ। ਇਸੇ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ ਕਿ ਬਾਹਰ ਜਿਹੜੀ ਦੌੜ ਲੱਗੀ ਹੋਈ ਹੈ ਉਹ ਕਿਉਂ ਲੱਗੀ ਹੋਈ ਹੈ। ਇਹ ਐਜ਼ ਏ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਆਪਣੀ ਸੇਵਾ ਵੀ ਨਿਭਾ ਰਹੇ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ। ਮਿਹਰਬਾਨੀ, ਸ਼ੁਕਰੀਆ। ਬਰਾੜ ਸਾਹਿਬ, ਤੁਸੀਂ ਬੱਚਿਆਂ ਦੇ ਨਾਲ ਡੀਲ ਕਰਦੇ ਹੋ। ਪੰਜਾਬੀ ਯੂਨੀਵਰਸਿਟੀ ਬਹੁਤ ਵੱਡਾ ਨਾਮ ਵੀ ਹੈ ਪੰਜਾਬ ਦੇ ਵਿੱਚ। ਬੱਚੇ ਕੀ ਸੋਚਦੇ ਨੇ ਕਿ ਬਾਹਰ ਜਾਣਾ ਕਿਉਂ ਜ਼ਿਆਦਾ ਜ਼ਰੂਰੀ ਹੋ ਚੁੱਕਿਆ ਹੈ?
ਦੇਖੋ ਵੈਸੇ ਤਾਂ ਇਹ ਕਿ ਜਦੋਂ ਤੋਂ ਮਨੁੱਖ ਹੋਂਦ 'ਚ ਆਇਆ ਉਦੋਂ ਤੋਂ ਹੀ ਉਹ ਚੰਗੀਆਂ ਜੀਵਨ ਹਾਲਤਾਂ ਦੀ ਭਾਲ ਦੇ ਵਿੱਚ ਜਾਂਦਾ ਰਿਹਾ। ਕਦੇ ਉਹ ਪਸ਼ੂਆਂ ਲਈ ਚੰਗੀਆਂ ਚਰਾਂਦਾਂ ਲੱਭਣ ਲਈ, ਕਦੇ ਉਹ ਚੰਗੀ ਖੇਤੀ ਵਾਲੀ ਜ਼ਮੀਨ ਲੱਭਣ ਲਈ, ਜਿੱਥੇ ਵੀ ਉਹਨੂੰ ਚੰਗਾ ਜੀਵਨ ਮਿਲਦਾ ਦਿੰਦਾ ਉਸ ਥਾਂ ਨੂੰ ਉਹ ਜਾਂਦਾ ਹੈ। ਅਤੇ ਇਹ ਵਰਤਾਰਾ ਹੁਣ ਵੀ ਚੱਲ ਰਿਹਾ। ਪਰ ਪਹਿਲਾਂ ਜਦੋਂ ਬੰਦਾ ਦੂਸਰੇ ਪਾਸੇ ਕਿਤੇ ਜਾਂਦਾ ਸੀ ਤਾਂ ਰਸਤੇ 'ਚ ਜਿਹੜੀਆਂ ਰੁਕਾਵਟਾਂ ਪੈਂਦੀਆਂ ਸੀ ਉਹ ਵੱਡੀਆਂ ਭੂਗੋਲਿਕ ਹੱਦਾਂ ਪੈਂਦੀਆਂ ਸੀ। ਅੱਗੇ ਸਮੁੰਦਰ ਆ ਗਿਆ, ਅੱਗੇ ਬਰਫ਼ ਆ ਗਈ, ਅੱਗੇ ਪਹਾੜ ਆ ਗਏ। ਹੁਣ ਇਹ ਚੀਜ਼ਾਂ ਤਾਂ ਨਹੀਂ ਰਹੀਆਂ, ਪਰ ਹੁਣ ਮੁਲਕਾਂ ਨੇ ਆਪਦੇ ਬਾਰਡਰ ਬਣਾ ਲਏ, ਆਪਣੀਆਂ ਹੱਦਾਂ ਬਣਾ ਲਈਆਂ ਕਿ ਸਾਡੇ ਮੁਲਕ ਵਿੱਚ ਕੋਈ ਕਿਉਂ ਆਵੇ। ਅਤੇ ਜਿਹੜੇ ਮੁਲਕਾਂ ਦੇ ਵਿੱਚ ਧਰਤੀ ਵਧੀਆ, ਆਬਾਦੀ ਘੱਟ ਆ, ਪੈਸਾ ਜ਼ਿਆਦਾ ਹੈ, ਉਸ ਪਾਸੇ ਵੱਲ ਨੂੰ ਪ੍ਰਵਾਸ ਹੋਣਾ ਇੱਕ ਕੁਦਰਤੀ ਕਹਿ ਲਓ ਜਾਂ ਸਮਾਜਿਕ ਵਰਤਾਰਾ ਹੈ, ਅਤੇ ਇਹ ਵਰਤਾਰਾ ਹੋਣਾ ਹੀ ਹੋਣਾ। ਤਾਂ ਉਹਦੇ ਵਿੱਚ ਜਿਹੜੇ ਮੁਲਕ ਸਾਡੇ ਨਾਲੋਂ ਵੱਧ ਅਮੀਰ ਨੇ, ਜਿਨ੍ਹਾਂ ਦੀ ਕਰੰਸੀ ਵੱਧ ਚੱਲਦੀ ਆ, ਜਿੱਥੇ ਜੀਵਨ ਹਾਲਤਾਂ ਚੰਗੀਆਂ ਹੈ, ਉਹ ਚਾਹੇ ਅਮਰੀਕਾ ਹੋਵੇ, ਕੈਨੇਡਾ ਹੋਵੇ, ਇੰਗਲੈਂਡ ਹੋਵੇ, ਆਸਟ੍ਰੇਲੀਆ ਹੋਵੇ, ਨਿਊਜ਼ੀਲੈਂਡ ਹੋਵੇ, ਉੱਥੇ ਬੰਦਿਆਂ ਨੇ ਜਾਣਾ ਹੀ ਜਾਣਾ ਅਤੇ ਜਾਣ ਦੀਆਂ ਕੋਸ਼ਿਸ਼ਾਂ ਬੜੀ ਦੇਰ ਤੋਂ ਹੁੰਦੀਆਂ ਆਈਆਂ। ਵੈਸੇ ਇਹ ਖੱਟਣ ਕਮਾਉਣ ਲਈ ਪਹਿਲਾਂ ਵੀ ਜਾਂਦੇ ਸੀਗੇ। ਸਾਡੀਆਂ ਬਹੁਤ ਸਾਰੀਆਂ ਲੋਕ ਬੋਲੀਆਂ ਇਸ ਗੱਲ ਨਾਲ ਸ਼ੁਰੂ ਹੁੰਦੀਆਂ ਕਿ ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦਾ, ਵੀ ਖੱਟ ਕੇ ਲਿਆਂਦਾ, ਟੱਲ ਖੱਟ ਕੇ ਲਿਆਂਦਾ, ਕਿ ਕੀ ਖੱਟ ਕੇ ਲਿਆਂਦਾ, ਲੈ ਕੇ ਆਉਂਦਾ। ਹਾਂ, ਲੈ ਕੇ। ਹੁਣ ਜਿਹੜਾ ਇਹ ਪ੍ਰਵਾਸ ਸੀ ਸਾਡਾ, ਉਹ ਖੱਟ ਕੇ ਵਾਪਸ ਲੈ ਆਉਂਦਾ ਸੀ। ਜਿਹੜਾ ਹੁਣ ਪ੍ਰਵਾਸ ਹੋ ਰਿਹਾ ਇਸ ਸਮੇਂ, ਇਹ ਖੱਟ ਕੇ ਆਉਣਾ ਨਹੀਂ ਹੈ। ਇਹਨਾਂ ਨੇ ਖੱਟ ਕੇ ਉੱਥੇ ਹੀ ਵਸਣਾ ਹੈ। ਇਹ ਪ੍ਰਵਾਸੀ ਤੋਂ ਆਵਾਸੀ ਬਣਨ ਦੀ ਪ੍ਰਕਿਰਿਆ ਹੈ। ਇਹਨਾਂ ਨੇ ਵਾਪਸ ਨਹੀਂ ਆਉਣਾ ਗਾ। ਤੁਸੀਂ ਵੇਖਿਆ ਹੋਣਾ ਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੇ ਘਰ ਨੇ, ਉੱਚਿਆਂ ਚਬਾਰਿਆਂ ਵਾਲੇ, ਵੱਡੀਆਂ ਹਵੇਲੀਆਂ, ਕਿ ਅਮਰੀਕਾ ਵਾਲਿਆਂ ਦਾ ਘਰ ਆ, ਕੈਨੇਡਾ ਵਾਲਿਆਂ ਦਾ ਘਰ ਆ, ਸਿੰਗਾਪੁਰ ਵਾਲਿਆਂ ਦਾ ਘਰ ਆ, ਬਰਮਾ ਵਾਲਿਆਂ ਦਾ ਘਰ। ਹੁਣ ਇਉਂ ਨਹੀਂ ਘਰ ਬਣਨਗੇ। ਹੁਣ ਬੰਦਿਆਂ ਨੇ ਬਾਹਰ ਜਾਣਾ ਅਤੇ ਬਾਹਰ ਹੀ ਜਾ ਕੇ ਰਹਿਣਾ। ਉੱਥੇ ਹੀ ਉਹਨਾਂ ਨੇ ਬੱਚੇ ਮੰਗਾ ਲੈਣੇ ਆ, ਬੱਚੇ ਉੱਥੇ ਪੈਦਾ ਹੋਣੇ ਆ, ਉੱਥੇ ਹੀ ਉਹਨਾਂ ਨੇ ਰਹਿ ਜਾਣਾ। ਇਹ ਵਰਤਾਰਾ ਚੱਲਣਾ। ਕਿੰਨੇ ਸਾਲ ਚੱਲਦਾ ਹੈ, ਇਹਦੀ ਰਫ਼ਤਾਰ ਕੀ ਰਹਿੰਦੀ ਹੈ, ਇਹਦੇ ਬਾਰੇ ਗੱਲ ਹੋ ਸਕਦੀ ਹੈ। ਪਰ ਬਰਾੜ ਸਾਹਿਬ ਇੱਕ ਗੱਲ ਇਹ ਵੀ ਹੈ ਕਿ ਜਿਵੇਂ ਤੁਸੀਂ ਇੱਕ ਗੱਲ ਆਖੀ ਕਿ ਚੰਗੀ ਚੀਜ਼ ਵਾਸਤੇ, ਚੰਗੇ ਪੈਸੇ ਵਾਸਤੇ ਜਾਂ ਚੰਗੀ ਜ਼ਮੀਨ ਵਾਸਤੇ ਲੋਕ ਇੱਧਰ ਤੋਂ ਉੱਧਰ ਜਾਂਦੇ ਨੇ। ਪਰ ਜੇ ਆਪਾਂ ਗੱਲ ਕਰਦੇ ਹਾਂ, ਇਸ ਵਕਤ ਆਪਾਂ ਪੰਜਾਬ ਦੇ ਵਿੱਚ ਬੈਠੇ ਹਾਂ, ਜੇ ਕਹਿੰਦੇ ਹਾਂ ਕਿ ਪੰਜਾਬ ਤੋਂ ਵਧੀਆ ਜ਼ਮੀਨ ਤਾਂ ਕਿਤੇ ਹੋਰ ਮਿਲਣੀ ਵੀ ਨਹੀਂ, ਜਿੱਥੇ ਸਾਰੀਆਂ ਰੁੱਤਾਂ ਵੀ ਨੇ, ਹਰੇਕ ਚੀਜ਼ ਦੇਖਣ ਨੂੰ ਵੀ ਮਿਲਦੀ ਆ, ਹਰੇਕ ਚੀਜ਼ ਤੁਸੀਂ ਪੈਦਾ ਕਰ ਸਕਦੇ ਹੋ ਲਗਭਗ ਉਰੇ। ਪਰ ਫਿਰ ਕੀ ਲੱਗਦਾ ਕਿ ਐਸੀ ਕੀ ਕਮੀ ਰਹਿ ਗਈ, ਜਾਂ ਸਰਕਾਰਾਂ ਵੱਲੋਂ ਕਮੀ ਰਹਿ ਗਈ, ਜਾਂ ਇਨਸਾਨਾਂ ਨੇ ਦਿਮਾਗ ਹੀ ਆਪਣਾ ਇਸ ਹਿਸਾਬ ਨਾਲ ਲੈ ਕੇ ਬਾਹਰ ਜਾਣਾ ਪੈ? ਦੇਖੋ, ਆਪਾਂ ਦੋ ਥਾਵਾਂ ਦੀ ਤੁਲਨਾ ਕਰਦੇ ਹਾਂ। ਇੱਕ ਤੁਲਨਾ ਕਰਦੇ ਹਾਂ ਕੈਨੇਡਾ ਦੀ, ਅਤੇ ਇੱਕ ਤੁਲਨਾ ਕਰਦੇ ਹਾਂ ਪੰਜਾਬ ਦੀ। ਪੰਜਾਬ ਦੀ ਜਿਹੜੀ ਆਬਾਦੀ ਹੈ ਇਸ ਵੇਲੇ ਉਹ 2.25 ਕਰੋੜ ਤੋਂ 3 ਕਰੋੜ ਦੇ ਦਰਮਿਆਨ। ਸਾਰੇ ਕੈਨੇਡਾ ਦੀ ਆਬਾਦੀ ਇਸ ਵੇਲੇ 2.25 ਤੋਂ 3 ਕਰੋੜ ਦੇ ਦਰਮਿਆਨ। ਅਤੇ ਭਾਰਤ ਦੇ ਮੁਕਾਬਲੇ ਕੈਨੇਡਾ 3 ਗੁਣਾ ਵੱਡਾ ਹੈ। ਇਸ ਵੇਲੇ ਜਿਹੜਾ ਸਭ ਤੋਂ ਵੱਡਾ ਪ੍ਰਵਾਸ ਹੋ ਰਿਹਾ ਉਹ ਕੈਨੇਡਾ ਵੱਲ ਨਹੀਂ ਹੋ ਰਿਹਾ ਨਾ। ਉੱਥੇ ਆਬਾਦੀ ਦਾ ਪ੍ਰੈਸ਼ਰ ਘੱਟ ਆ, ਸਾਡੇ ਇੱਥੇ ਆਬਾਦੀ ਦਾ ਪ੍ਰੈਸ਼ਰ ਵੱਧ ਆ, ਅਤੇ ਸਿੱਟੇ ਵਜੋਂ ਇੱਥੇ ਸਾਡੇ ਜਿਹੜੀਆਂ ਕਹਿ ਸਕਦੇ ਹਾਂ ਨੌਕਰੀਆਂ ਜਾਂ ਰੁਜ਼ਗਾਰ ਦੇ ਮੌਕੇ ਉਹ ਘੱਟ ਆ। ਜ਼ਮੀਨ ਬਹੁਤ ਵਧੀਆ, ਪਰ ਉਹ ਜ਼ਮੀਨ ਵੰਡੀ ਗਈ। ਖਾਸ ਕਰਕੇ ਜਿਹੜੀ ਜੱਟ ਕਿਸਾਨੀ ਦਾ ਪ੍ਰਵਾਸ ਹੋ ਰਿਹਾ, ਉਹਦੇ ਪਿੱਛੇ ਬੁਨਿਆਦੀ ਕਾਰਨ ਇਹ ਹੈਗਾ ਕਿ ਜ਼ਮੀਨ ਲਗਾਤਾਰ ਵੰਡੀ ਗਈ, ਤਾਂ ਜ਼ਮੀਨ ਨੇ ਤਾਂ ਵਧਣਾ ਨਹੀਂ ਹੈ। ਜਿਉਂ-ਜਿਉਂ ਪਰਿਵਾਰ ਵਧੇ ਅਤੇ ਉਵੇਂ ਜ਼ਮੀਨ ਵੰਡੀ ਗਈ। ਹੁਣ ਜ਼ਮੀਨ ਉਹਨਾਂ ਜਿਹਨੂੰ ਕਹਿ ਸਕਦੇ ਹਾਂ ਕਿ ਖੇਤੀ ਹੈ ਜਿਹੜੀ, ਉਹ ਲਾਹੇਵੰਦਾ ਧੰਦਾ ਨਹੀਂ ਰਿਹਾ, ਪ੍ਰੋਫਿਟੇਬਲ ਧੰਦਾ ਨਹੀਂ ਰਿਹਾ, ਕਿ ਜਿਹਦੇ ਵਿੱਚੋਂ ਉਹ ਆਪਣਾ ਚੰਗਾ ਜੀਵਨ ਪੱਧਰ ਬਣਾ ਸਕਣ। ਤਾਂ ਇੱਕ ਕਾਰਨ ਤਾਂ ਇਹ ਹੈ ਕਿ ਚੰਗੀਆਂ ਨੌਕਰੀਆਂ ਨਾ ਮਿਲਣਾ, ਸਰਕਾਰੀ ਨੌਕਰੀਆਂ ਨਾ ਮਿਲਣਾ। ਇੱਥੇ ਸਨਅਤ ਦਾ ਵਿਕਾਸ ਨਹੀਂ ਹੋਇਆ ਗਾ। ਸਨਅਤ ਦਾ ਵਿਕਾਸ ਨਾ ਹੋਣ ਕਰਕੇ, ਇੰਡਸਟਰੀ ਨਾ ਲੱਗਣ ਕਰਕੇ ਨਹੀਂ ਹੋਇਆ। ਇੱਕੋ ਹੀ ਰਾਹ ਸੀ ਕਿ ਸਾਡੇ ਕੋਲ ਸਰਵਿਸ ਸੈਕਟਰ ਵੱਧਦਾ, ਪਰ ਸਾਡਾ ਸਰਵਿਸ ਸੈਕਟਰ ਵੀ ਉਸ ਪੱਧਰ 'ਤੇ ਨਹੀਂ ਵਧਿਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਵਧਿਆ, ਅਤੇ 90 ਤੋਂ ਬਾਅਦ ਸਰਕਾਰੀ ਸੈਕਟਰ ਘਟਣਾ ਸ਼ੁਰੂ ਹੋ ਗਿਆ, ਉਲਟਾ ਨੌਕਰੀਆਂ ਘਟਣੀਆਂ ਸ਼ੁਰੂ ਹੋ ਗਈਆਂ। ਪ੍ਰਾਈਵੇਟ ਸੈਕਟਰ ਦੇ ਵਿੱਚ ਪੈਸੇ ਬਹੁਤ ਮੁਕਾਬਲੇ ਘੱਟ ਮਿਲਦੇ ਨੇ। ਮੈਂ ਕਿ ਪ੍ਰਵਾਸੀ ਜਿਹੜੇ ਅਧਿਐਨ ਨਾਲ ਜੁੜਿਆ ਹੋਇਆ, ਸਿਹਤ ਦੇ ਪੱਖੋਂ ਵੀ, ਸੱਭਿਆਚਾਰ ਦੇ ਪੱਖੋਂ ਵੀ, ਅਤੇ ਖੁਦ ਵੀ ਇਹ ਕਦੇ ਮੇਰਾ ਮਨ ਨਹੀਂ ਸੀ ਕਿ ਅਸੀਂ ਕੋਈ ਬਾਹਰ ਜਾਈਏ ਜਾਂ ਬਾਹਰ ਕੋਈ ਜਾਣ ਦੀ ਗੱਲ ਹੈ। ਇੱਥੋਂ ਤੱਕ ਕਿ ਮੈਂ ਕੈਨੇਡਾ ਗਿਆ ਅਤੇ ਮੈਂ ਕੈਨੇਡਾ ਘੁੰਮਿਆ, ਅਤੇ ਮੈਂ ਇੱਕ ਧਾਰਨਾ ਬਣਾਈ ਸੀ ਕਿ ਜਿਹਦੇ ਕੋਲੇ ਪੰਜਾਬ ਦੇ ਵਿੱਚ 10 ਕਿੱਲੇ ਜ਼ਮੀਨ ਦੇ ਆ, ਜਿਹਦੇ ਕੋਲੇ ਆਪਣੀ ਮਕਾਨ, ਜਾਂ ਜੇ ਸ਼ਹਿਰੀ ਬੰਦਾ ਤਾਂ ਆਪਣੀ ਦੁਕਾਨ ਆ, ਜਾਂ ਜਿਹੜਾ ਵਿਅਕਤੀ
ਇਹ ਕਿਹਾ ਜਾ ਸਕਦਾ ਕਿ ਉਹਦੇ ਕੋਲ ਇੱਕ ਸਰਕਾਰੀ ਨੌਕਰੀ ਹੈ ਜਿਹਦੇ 'ਚ ਉਹਨੂੰ ਮਹੀਨੇ ਦਾ 50,000 ਤੋਂ ਵਧੇਰੇ ਆਉਂਦਾ ਹੈ, ਤਾਂ ਉਸ ਬੰਦੇ ਨੂੰ ਕੈਨੇਡਾ ਜਾਣ ਦੀ ਕੋਈ ਜ਼ਰੂਰਤ ਨਹੀਂ ਆ। ਬਾਹਰ ਕੈਨੇਡਾ ਹੋਇਆ, ਅਮਰੀਕਾ ਹੋਇਆ, ਇੰਗਲੈਂਡ ਹੋਇਆ, ਕਿਤੇ ਵੀ ਜਾਣ ਦੀ ਉਹਨੂੰ ਜ਼ਰੂਰਤ ਨਹੀਂ ਹੈ। ਇੱਥੇ ਉਹ ਬੰਦਾ ਵਧੀਆ ਗੁਜ਼ਾਰਾ ਕਰ ਸਕਦਾ। ਪਰ ਹੁਣ ਪੰਜਾਬ ਦੇ ਵਿੱਚ ਕਿੰਨੇ ਕੁ ਲੋਕ ਆ ਕਿ ਜਿਨ੍ਹਾਂ ਕੋਲ ਜ਼ਮੀਨ 10 ਕਿੱਲਿਆਂ ਤੋਂ ਵੱਧ ਆ, ਕਿੰਨੇ ਕੁ ਲੋਕ ਨੇ ਕਿ ਜਿਨ੍ਹਾਂ ਕੋਲ 50,000 ਤੋਂ ਵਧੇਰੇ ਦੀ ਨੌਕਰੀ ਆ, ਕਿੰਨੇ ਕੁ ਲੋਕ ਆ ਕਿ ਜਿਨ੍ਹਾਂ ਕੋਲ ਆਪਣੀ ਮਕਾਨ ਤੇ ਆਪਣੀ ਚੱਲਦੀ ਦੁਕਾਨ ਆ। ਜੇ ਇਹ ਤਿੰਨੇ ਚੀਜ਼ਾਂ ਨਹੀਂ ਆ ਤਾਂ ਫਿਰ ਉਹਨਾਂ ਨੇ ਉਸ ਦੇਸ਼ਾਂ ਵੱਲ ਨੂੰ ਜਾਣਾ ਹੀ ਜਾਣਾ, ਡਾਰੀ ਮਾਰਨੀ ਆ। ਪਰ ਇਹਦਾ ਨੁਕਸਾਨ ਪੰਜਾਬ ਨੂੰ ਵੀ ਹੋ ਰਿਹਾ ਹੈ। ਕਿਉਂਕਿ ਇੱਕ ਗੱਲ ਇਹ ਵੀ ਸਾਹਮਣੇ ਆਈ ਜੇ ਮੈਂ ਹਾਲ ਹੀ ਦੇ ਵਿੱਚ ਇੱਕ ਬੁੱਕ ਵੀ ਪੜ੍ਹੀ ਸੀ, ਉਹਦੇ ਵਿੱਚ ਲਿਖਿਆ ਸੀ ਕਿ ਜਿੱਤ ਕਿਹਨਾਂ ਦੇ ਲਈ, ਕਿ ਅਸੀਂ ਜਿੱਤ ਕੇ ਆਏ, ਕਿਸਾਨੀ ਧਰਨਾ ਚੱਲਿਆ 1 ਸਾਲ ਚੱਲਿਆ, 1 ਸਾਲ ਜਿੱਤ ਹਾਸਲ ਕਰਕੇ ਜਿਹੜੀਆਂ ਜ਼ਮੀਨਾਂ ਨੂੰ ਬਚਾਇਆ ਗਿਆ, ਪਰ ਉਹਨਾਂ ਦੇ ਬੱਚੇ ਉਹ ਜ਼ਮੀਨਾਂ ਛੱਡ ਕੇ ਬਾਹਰ ਨੂੰ ਜਾ ਰਹੇ ਨੇ। ਫਿਰ ਉਹ ਜ਼ਮੀਨਾਂ ਦੇ ਉੱਤੇ ਖੇਤੀ ਕੌਣ ਕਰੇਗਾ? ਇਹਦੇ 'ਚ ਨਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਕਿੰਨਾ ਮਰਜ਼ੀ ਪ੍ਰਵਾਸ ਹੋ ਜੇ, ਪਰ ਪੰਜਾਬ ਦੇ ਇਹ ਪ੍ਰਵਾਸ ਟੋਟਲ ਆਬਾਦੀ ਦੀ ਪ੍ਰਤੀਸ਼ਤਤਾ ਬਹੁਤ ਘੱਟ ਰਹੀ ਹੈ। ਵੱਧ ਤੋਂ ਵੱਧ ਕੀ ਆ ਕਿ 5% ਤੋਂ ਵੱਧ ਪ੍ਰਵਾਸ ਨਹੀਂ ਹੋਣ ਲੱਗਿਆ, ਕਿਉਂਕਿ ਜਿਹੜੇ ਦੂਜੇ ਮੁਲਕ ਵੀ ਆ ਨਾ, ਉਹ ਮੁਲਕ ਵੀ ਉਸੇ ਵਿਅਕਤੀ ਨੂੰ ਹੀ ਆਪਦੀਆਂ ਹੱਦਾਂ ਦੇ ਅੰਦਰ ਹੋਣ ਦਿੰਦੇ ਆ ਕਿ ਜਿਹੜਾ ਵਿਅਕਤੀ ਉਹਨਾਂ ਦੀ ਭਾਸ਼ਾ ਜਾਣਦਾ ਹੋਵੇ, ਆਇਲਟ ਟੈਸਟ, ਉਹ ਜਿਹੜਾ ਬੰਦਾ ਉਹਨਾਂ ਦੇ ਸੱਭਿਆਚਾਰ 'ਚ ਢਲਿਆ ਹੋਵੇ, ਜਿਹੜਾ ਬੰਦਾ ਉਹਨਾਂ ਦੇ ਕੰਮ ਦਾ ਹੋਵੇ। ਇਸੇ ਕਰਕੇ ਜਿਹੜੇ ਬੱਚੇ ਪੜ੍ਹਨ ਜਾਂਦੇ ਆ ਉਹਨਾਂ ਨੂੰ ਪਹਿਲਾਂ ਉਹ ਪੜ੍ਹਨ 'ਤੇ ਰੱਖਦੇ ਆ, ਉਹਨਾਂ ਦਾ ਗੇਨ ਪੈਸੇ ਸਾਡੇ ਦੇਸ਼ ਉਹਨਾਂ ਦੀਆਂ ਕਾਲਜਾਂ 'ਚ, ਯੂਨੀਵਰਸਿਟੀਆਂ, ਸਕੂਲਾਂ ਦੇ ਵਿੱਚ ਅਸੀਂ ਫੀਸਾਂ ਭਰਦੇ ਹਾਂ, ਉਹਨਾਂ ਦਾ ਗੇਨ ਹੋ ਗਿਆ। ਫਿਰ ਅਗਲੇ ਪਾਸੇ ਉਹ ਕਿ ਉਹ ਬੰਦੇ ਨੂੰ ਤੁਰੰਤ ਪੀਆਰ ਨਹੀਂ ਦਿੰਦੇਗੇ ਕਿ ਆ ਜਾ ਭਾਈ ਰਹਿ ਪਾ, ਉਹਨੂੰ ਵਰਕ ਪਰਮਿਟ ਦਿੰਦੇ ਆ ਕਿ ਸਾਨੂੰ ਕੰਮ ਕਰਕੇ ਦਿਖਾ। ਵਰਕ ਪਰਮਿਟ ਦਿੰਦੇ ਤੇ ਵਰਕ ਪਰਮਿਟ 'ਤੇ ਕੀ ਕਿ ਤੁਸੀਂ ਕੰਮ ਕੀਤਾ ਉਹਦੇ ਵੱਟੇ ਤੁਹਾਨੂੰ ਪੈਸੇ ਦੇਤੇ। ਤਾਂ ਵਰਕ ਪਰਮਿਟ ਦੇ ਉੱਤੇ ਜਦੋਂ ਉਹਨਾਂ ਨੂੰ ਇਹ ਲੱਗਦਾ ਕਿ ਇਹ ਬੰਦਾ ਪੜ੍ਹਿਆ ਲਿਖਿਆ, ਇਹ ਬੰਦਾ ਸਾਡੀ ਭਾਸ਼ਾ ਜਾਣਦਾ, ਇਹ ਬੰਦਾ ਸਾਡੇ ਸੱਭਿਆਚਾਰ 'ਚ ਢਲ ਜੂ, ਇਹ ਸਾਡੇ ਕੰਮ ਦਾ ਬੰਦਾ ਹੈ, ਜਦੋਂ ਉਹਨਾਂ ਨੂੰ ਲੱਗੇ ਕੰਮ ਦਾ ਬੰਦਾ ਹੈ ਤੇ ਉਦੋਂ ਉਹ ਉਸ ਬੰਦੇ ਨੂੰ ਉਹ ਕਹਿ ਦਿੰਦੇ ਕਿ ਆ ਜਾ ਤੂੰ ਇੱਥੇ ਰਹਿ ਪਾ। ਤੇ ਜਦੋਂ ਉਹ ਪੀਆਰ ਹੋ ਜਾਂਦਾ ਹੈ, ਪੀਆਰ ਹੋਣ ਤੋਂ ਬਾਅਦ ਇਹ ਵੀ ਮੈਂ ਕਹਿ ਦੇਣਾ ਚਾਹੁੰਦਾ ਹੈ ਕਿ ਕਿਸੇ ਵੀ ਦੇਸ਼ ਵਿੱਚ ਜਿਹੜੇ ਪੈਸੇ ਆ ਉਹ ਦਰਖਤਾਂ ਨੂੰ ਨਹੀਂ ਲੱਗਦੇ ਕਿ ਵੀ ਉੱਥੇ ਕੋਈ ਤੋੜਨੇ ਆ ਤੇ ਜਾ ਕੇ ਝੋਲੀਆਂ ਭਰ ਲੈਣੀਆਂ, ਕੰਮ ਉੱਥੇ ਵੀ ਕਰਨਾ ਪੈਂਦਾ। ਤੇ ਕੰਮ ਦੀ ਇੱਕ ਸਮੱਸਿਆ ਹੋਰ ਵੀ ਆ ਸਾਡੇ ਵੱਡੀ ਕਿ ਦੇਸ਼ ਵਿੱਚ ਰਹਿੰਦਿਆਂ ਬੰਦੇ ਉਹਨਾਂ ਕੰਮ ਨਹੀਂ ਕਰਦੇ ਜਿੰਨਾ ਬਾਹਰ ਜਾ ਕੇ ਕਰਦੇ। ਉਹਦਾ ਕਾਰਨ ਕਿ ਦੇਸ਼ ਵਿੱਚ ਜਿਹੜਾ ਰਹਿੰਦਾ ਬੰਦਾ ਉਹਦੇ ਸਾਡੇ ਇੱਕ ਜਾਤ ਸਿਸਟਮ ਆ ਕਿ ਕਿਹੜਾ ਕੰਮ ਕਿਹੜਾ ਬੰਦਾ ਕਰੂਗਾ। ਤੇ ਬਹੁਤ ਸਾਰੇ ਕੰਮ ਆ ਜਿਨ੍ਹਾਂ ਨੂੰ ਮੰਨ ਲਓ ਕਿ ਗੰਦੇ ਤੋਂ ਗੰਦਾ ਕੰਮ ਆ ਕਿ ਜੀ ਜਿਹੜੀਆਂ ਟਾਇਲਟਸ ਕਲੀਨ ਕਰਨੀਆਂ, ਉਹ ਹੁਣ ਇਹ ਗਟਰ ਦੇ ਵਿੱਚ ਉਤਰਨਾ। ਹੁਣ ਇੱਥੇ ਇੱਕ ਵਿਸ਼ੇਸ਼ ਜਾਤ ਤੋਂ ਬਗੈਰ ਹੋਰ ਕਿਸੇ ਬੰਦੇ ਨੂੰ ਕਹੋ ਤਾਂ ਤੁਹਾਡਾ ਸਿਰ ਪਾੜਨ 'ਤੇ ਆ ਜਾਊਗਾ ਕਿ ਮੈਂ ਇਹ ਕੰਮ ਕਰਾਂ। ਪਰ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਇਹੀ ਕੰਮ ਕਰਦੇ ਆ। ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਹੀਥਰੋ ਹਵਾਈ ਅੱਡੇ 'ਤੇ ਜਦੋਂ ਤੁਸੀਂ ਇੰਗਲੈਂਡ ਉਤਰਦੇ ਆ ਤਾਂ ਬਹੁਤ ਸਾਰਾ ਤੁਹਾਨੂੰ ਸਾਫ਼ ਹੀ ਦਿਖਦਾ ਹੁੰਦਾ ਕਿ ਇਹ ਸਾਡੇ ਪੰਜਾਬੀ ਭਾਈਚਾਰੇ ਦੇ ਬੰਦੇ ਆ ਜਿਹੜੇ ਉੱਥੇ ਕਲੀਨਿੰਗ ਦਾ ਕੰਮ ਕਰਦੇ। ਤਾਂ ਬਾਹਰ ਅਸੀਂ ਇਸ ਨੂੰ ਕਹਿੰਦੇ ਆ ਕਿ ਬੰਦਾ ਵਰਕ ਕਲਚਰ 'ਚ ਪੈ ਜਾਂਦਾ। ਉੱਥੇ ਤਾਂ ਇਸ ਗੱਲ ਦੀ ਖੁਸ਼ੀ ਮਨਾਈ ਜਾਂਦੀ ਹੈ ਕਿ ਬੰਦਾ ਕਿਹੜਾ ਮਰਜ਼ੀ ਕੰਮ ਜਿਹੜਾ ਵੀ ਮਿਲੇ ਉਹੀ ਕਰਦਾ। ਜਾਨੀ ਇਹ ਗੱਲ ਆ ਜਾਂਦੀ ਕਿ 에ਅਰਪੋਰਟ 'ਤੇ ਕੰਮ ਕਰਦਾ, ਪਰ ਦੇਸ਼ ਵਿੱਚ ਬੰਦਾ ਉਹਨਾਂ ਕੰਮ ਨਹੀਂ ਕਰਦਾ। ਇੱਕ ਮੈਂ ਕਹਿੰਦਾ ਕਿ ਅਸੀਂ ਪੰਜਾਬੀ ਆਪਣੇ ਆਪ ਨੂੰ ਬਹੁਤ ਕਹਿੰਦੇ ਆ ਕਿ ਅਸੀਂ ਬਹੁਤ ਮਿਹਨਤੀ ਹਾਂ, ਅਸੀਂ ਬਹੁਤ ਸਖਤ ਮਿਹਨਤ ਕਰਦੇ ਹਾਂ। ਹਾਂ, ਸਖਤ ਮਿਹਨਤ ਕੁਝ ਲੋਕ ਕਰਦੇ ਆ, ਪਰ ਇਹ ਕਿ ਸਾਡੇ ਆਮ ਔਸਤਨ ਜਿਹੜੇ ਬੰਦੇ ਨੂੰ ਮਿਹਨਤੀ ਵੀ ਕਿਹਾ ਜਾਂਦਾ ਉਹ 6 ਤੋਂ 8 ਘੰਟੇ ਕੰਮ ਕਰਦਾ। ਕੈਨੇਡਾ ਦੇ ਵਿੱਚ ਜਿਹੜੇ ਬੰਦਿਆਂ ਨੇ ਐਮਪਾਇਰ ਖੜ੍ਹੇ ਕੀਤੇ ਆ, ਜਿਹੜੇ ਬੰਦੇ ਅੱਜ ਉੱਥੇ ਬਹੁਤ ਵੱਡੇ ਜਿਹਨੂੰ ਕਹਿ ਸਕਦੇ ਆ ਕਿ ਅਮੀਰ ਆਦਮੀ ਬਣੇ ਹੋਏ ਆ, ਉਹਨਾਂ ਨੇ 8 ਘੰਟੇ ਨਹੀਂ, ਉਹਨਾਂ ਨੇ 2-2 ਸ਼ਿਫਟਾਂ ਲਾਈਆਂ, 3-3 ਸ਼ਿਫਟਾਂ ਲਾਈਆਂ। ਉਹ ਇਹ ਕਿ ਖਰਚਾ ਬਿਲਕੁਲ ਨਹੀਂ ਕਰਦੇ। ਜਿਹੜੀ ਪਹਿਲੀ ਸਾਡੀ ਪੀੜ੍ਹੀ ਜਾਂਦੀ ਆ ਕੀ ਆ ਕਿ ਜਾ ਕੇ ਬੇਸਮੈਂਟ ਲੈ ਲਈ, ਬੇਸਮੈਂਟ ਦੇ ਵਿੱਚ 4 ਜਾਣੇ 5 ਜਾਣੇ ਰਹਿੰਦੇ ਆ, ਤੜਕੇ ਕੰਮ 'ਤੇ ਨਿਕਲ ਜਾਂਦੇ ਆ, ਇੱਕ ਕੰਮ ਕਰੇ ਆਉਂਦੇ ਆ, ਫਿਰ ਦੂਜੀ ਸ਼ਿਫਟ 'ਤੇ ਚਲੇ ਜਾਂਦੇ ਆ, ਕਿਤੇ ਪੀਜ਼ਾ ਡਿਲੀਵਰੀ ਕਰਦੇ ਆ, ਕਿਤੇ ਜਿਹਨੂੰ ਕਹਿੰਦੇ ਆ ਕਿ ਆਹ ਟਾਈਲਾਂ ਲਾਉਂਦੇ ਆ, ਕਿਤੇ ਪੈਟਰੋਲ ਪੰਪ 'ਤੇ ਤੇਲ ਪਾਉਂਦੇ ਆ। ਤਾਂ ਤਿੰਨ ਕੰਮ ਕਰਦੇ ਆ। ਇੱਥੇ ਮੈਂ ਕਿ ਉਹਨਾਂ ਨੂੰ, ਕਿਉਂਕਿ ਉੱਥੇ ਇੱਕ ਗੱਲ ਜ਼ਰੂਰ ਲੱਗਦੀ ਆ ਕਿ ਜੋ ਅਸੀਂ ਕੰਮ ਕਰਦੇ ਹਾਂ ਉਹਦੇ ਵੱਟੇ ਸਾਨੂੰ ਰਿਵਾਰਡ ਜਾਂ ਮਿਹਨਤ ਦਾ ਮੁੱਲ ਤੁਰੰਤ ਮਿਲਦਾ।
ਤੇ ਮਿਲਦਾ ਵੀ ਜਿਹਨੂੰ ਕਹਿੰਦੇ ਆ ਕਿ ਜਦੋਂ ਪੂਰਾ ਉਹਨੂੰ ਜਦੋਂ ਇੰਡੀਆ ਨਾਲ ਗੁਣਾ ਕਰਦੇ ਆ ਉਦੋਂ ਫਿਰ ਉਹਨਾਂ ਨੂੰ ਖੁਸ਼ੀ ਬਹੁਤ ਮਿਲਦੀ ਆ ਕਿ ਮੈਂ ਕਿ ਜੇ ਅਸੀਂ $10 ਕਮਾ ਲਏ ਤਾਂ ਇੰਡੀਆ ਦਾ ਇਹ ਇੰਨੇ ਪੈਸੇ ਬਣ ਗਏ ਕਿ 60 ਦੇ ਹਿਸਾਬ ਨਾਲ ਗੁਣਾ ਉਦੋਂ ਹੀ ਕਰਨ ਲੱਗ ਪੈਂਦੇ ਆ। ਬਰਾੜ ਸਾਹਿਬ ਇੱਕ ਗੱਲ ਇਹ ਵੀ ਫਿਰ ਆ ਜਾਂਦੀ ਹੈ ਕਿ ਮੰਨ ਲਓ ਜੇ ਕਿਸੇ ਨੇ ਉਹਦੇ 4 ਲੱਖ ਜਾਂ 5 ਲੱਖ ਰੁਪਏ ਦੇ ਵਿੱਚ ਡਿਗਰੀ ਜਾਂ ਕੋਈ ਡਿਪਲੋਮਾ ਕੀਤਾ ਹੈ ਤਾਂ ਉਹਦੇ ਮਨ ਦੇ ਵਿੱਚ ਇਹ ਗੱਲ ਵੀ ਆਉਂਦੀ ਹੈ ਕਿ ਮੈਂ 10,000 ਜੋਬ ਕਿਉਂ ਕਰਾਂ। ਉਹ ਵੀ ਇੱਕ ਕਾਰਨ ਬਣਦਾ ਹੀ ਹੈ ਕਿ ਉਹ ਬਾਹਰ ਜਾਣਾ ਕਿ ਮੈਂ ਇੰਨੇ ਸਾਲ ਵਿੱਚ ਸਮਾਂ ਵੀ ਦਿੱਤਾ, ਇੰਨੇ ਪੈਸੇ ਵੀ ਦਿੱਤੇ, ਪਰ ਅੰਤ ਦੇ ਵਿੱਚ ਮੈਂ ਸ਼ੁਰੂ 10,000 ਤੋਂ। ਮੈਂ ਕਹਿੰਦਾ ਕਿ ਮੈਂ ਕੋਈ ਨਿੱਜੀ ਉਦਾਹਰਨ ਨਹੀਂ ਦੇਣੀ ਚਾਹੁੰਦਾ ਸੀਗਾ ਕਿਉਂਕਿ ਇੰਟਰਵਿਊ ਸਭ ਲਈ ਹੁੰਦੀ ਹੈਗੀ ਆ, ਪਰ ਮੈਂ ਆਪਣੀ ਗੱਲ ਦੱਸਦਾ ਹਾਂ ਕਿ ਮੇਰੀ ਜਿਹੜੀ ਵੱਡੀ ਬੇਟੀ ਆ ਉਹਨੇ ਫਾਰਮਾਸਿਊਟੀਕਲ ਦੇ ਵਿੱਚ ਇਸੇ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ PhD ਕੀਤੀ ਤੇ ਉਹਦਾ ਟੈਸਟ ਕਲੀਅਰ ਤਾਂ ਸਿੱਟੇ ਵਜੋਂ ਉਹ ਲੈਕਚਰਰ ਲੱਗਣ ਦੇ ਯੋਗ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕੋਈ ਪੋਸਟ ਨਹੀਂ ਨਿਕਲੀ, ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜਾ ਕੇ ਲੱਗ ਗਈ। ਤਾਂ ਪਹਿਲੇ ਸਾਲ ਉਸ ਨੂੰ ਉਹਨਾਂ ਨੇ 32,000 ਰੁਪਏ ਦੇ ਵਿੱਚ ਰੱਖਿਆ। ਦੂਜੇ ਸਾਲ ਉਹਨਾਂ ਨੇ ਜਦੋਂ ਦੁਬਾਰਾ ਇੰਟਰਵਿਊ ਕੀਤੀ ਤੇ ਕਹਿੰਦੇ ਹੁਣ ਅਸੀਂ ਨਿਯਮ ਬਦਲ ਲਿਆ, ਹੁਣ ਅਸੀਂ 22,000 ਰੁਪਏ ਦੇ ਵਿੱਚ ਰੱਖਾਂਗੇ। ਜਦੋਂ 22,000 ਰੁਪਏ ਦੇ ਵਿੱਚ ਰੱਖਿਆ ਤਾਂ ਉੱਥੋਂ ਉਹ ਛੱਡ ਕੇ ਰਿਮਟ ਯੂਨੀਵਰਸਿਟੀ ਦੇ ਵਿੱਚ ਆ ਗਈ। ਤਾਂ ਰਿਮਟ ਯੂਨੀਵਰਸਿਟੀ ਵਾਲਿਆਂ ਨੇ ਉਸ ਨੂੰ 35,000 ਰੁਪਈਆ ਦਿੱਤਾ। ਉਹਨੇ ਕਿਹਾ ਚਲੋ ਨਾਲੇ ਘਰ ਦੇ ਨੇੜੇ ਹੋਊਗੀ, ਨਾਲੇ ਚਲੋ 35,000 ਰੁਪਈਆ ਮਿਲਦਾ। ਪਰ ਉਸ ਤੋਂ ਬਾਅਦ ਉਹਨੂੰ ਲੱਗਿਆ ਕਿ ਇੱਥੇ ਤਾਂ ਮੇਰੇ ਕਰਨ ਵਾਲਾ ਕੰਮ ਹੀ ਕੋਈ ਨਹੀਂ ਗਾ, ਮੈਂ ਕਿ ਮਾਸਟਰ ਨੂੰ ਪੜ੍ਹਾਉਣਾ, ਪਰ ਇੱਥੇ ਤਾਂ ਡਿਪਲੋਮੇ ਵਾਲੇ ਬੱਚੇ ਆ। ਉਹਨੇ ਉਹ ਛੱਡ ਕੇ ਚੰਡੀਗੜ੍ਹ ਜਿਹੜਾ ਗਰੁੱਪ ਆਫ ਕਾਲਜਸ ਦਾ ਉਹਦੇ 'ਚ ਨੌਕਰੀ ਕਰਨ ਲੱਗੀ ਤਾਂ 45,000 ਰੁਪਈਆ ਉਹਨੂੰ ਮਿਲਦਾ ਸੀਗਾ। ਉਹਨੇ ਇੱਥੋਂ ਬੈਠੀ ਨੇ ਮੈਂ ਕਿ ਆਪਣੀ ਫਾਈਲ ਲਾਈ ਅਤੇ ਉਹ ਕੈਨੇਡਾ ਉਹਦੀ PR ਆ ਗਈ ਅਤੇ ਉਹ ਕੈਨੇਡਾ ਚਲੀ ਗਈ। ਤਾਂ ਉਸ ਨੂੰ ਜਦੋਂ ਹੁਣ ਤੁਲਨਾ ਕਰਦੀ ਹੈ ਕੈਨੇਡਾ ਦੀ ਆਮ ਸੈਲਰੀ ਦੀ ਇੱਥੋਂ ਦੀ ਸੈਲਰੀ ਨਾਲ ਤੁਲਨਾ ਕਰਦੀ ਆ ਤਾਂ ਕਿੱਥੇ ਹਜ਼ਾਰਾਂ 'ਚ ਅਤੇ ਕਿੱਥੇ ਲੱਖਾਂ ਦੇ ਵਿੱਚ, ਤਾਂ ਨਿਸ਼ਚੈ ਹੀ ਉਹਨੂੰ ਲੱਗਦਾ ਹੈ ਕਿ ਵੀ ਮੈਂ ਫਿਰ ਕੀ ਕਰਾਂ। ਪਰ ਇਹਦੇ ਨਾਲ ਹੋਇਆ ਕੀ, ਇਹ ਇੱਕ ਸਿਰਫ ਕੇਸ ਸਟੱਡੀ ਹੈ। ਹੋਇਆ ਕੀ ਕਿ ਪਹਿਲਾਂ ਇਹ ਕਿ ਪੈਸਾ ਅਸੀਂ ਖਰਚਿਆ, ਭਾਰਤੀ ਨੇ ਖਰਚਿਆ, ਪੰਜਾਬੀ ਨੇ ਖਰਚਿਆ, ਸਾਡੇ ਪੈਸਾ ਖਰਚਿਆ, ਕੰਮ ਕਿਹਦੇ ਆ ਰਿਹਾ, ਉਹਦੀ ਸਕਿੱਲ ਕਿਹਦੇ ਕੰਮ ਆ ਰਹੀ ਹੈ, ਕੈਨੇਡਾ ਦੀ। ਦੂਸਰਾ ਇਹ ਕਿ ਬ੍ਰੇਨ ਡਰੇਨ ਹੋਇਆ, ਸਾਡਾ ਦਿਮਾਗ ਉਹਨਾਂ ਕੋਲ ਚਲਿਆ ਗਿਆ। ਅਗਲੀ ਗੱਲ ਇਹ ਕਿ ਹੁਣ ਮਨੀ ਡਰੇਨ ਹੋਊਗਾ ਕਿ ਜਿਹੜਾ ਪੈਸਾ ਉਹਦਾ ਇੰਡੀਆ ਦੇ ਵਿੱਚ ਉਹਦੀ ਜਿਹੜੀ ਐਨਸੈਸਟਰਲ ਪ੍ਰੋਪਰਟੀ ਆ, ਜਿਹੜੀ ਉਹਦੇ ਮਾਂ ਪਿਓ ਦੀ ਜ਼ਮੀਨ ਜਾਇਦਾਦ ਆ, ਸਾਡੇ ਰਹਿਣ ਤੋਂ ਬਾਅਦ ਉਹ ਕਿੱਥੇ ਜਾਊਗੀ, ਕੈਨੇਡਾ ਸ਼ਿਫਟ ਹੋਊਗੀ। ਇੱਕ ਬਹੁਤ ਵੱਡਾ ਕਾਰਨ ਕਿ ਜਿਹੜੇ ਜਿਵੇਂ ਤੁਸੀਂ ਕਿਹਾ ਹੈ ਕਿ ਪਹਿਲਾਂ ਕਹਿੰਦੇ ਸੀ ਕਿ ਖੱਟ ਕੇ ਲਿਆਂਦਾ ਲੈ ਕੇ ਆ ਗਏ, ਪਰ ਜਿਹੜੇ ਵਾਪਸ ਨਹੀਂ ਆ ਰਹੇ ਉਹਨਾਂ ਦੀ ਪ੍ਰਾਪਰਟੀ ਫਿਰ ਕੌਣ ਦੇਖੂਗਾ। ਪ੍ਰਾਪਰਟੀ ਇੱਥੋਂ ਵੇਚ ਕੇ ਉੱਥੇ ਜਾਊਗੀ। ਪ੍ਰਾਪਰਟੀ ਤੇਜ਼ੀ ਨਾਲ ਜਾ ਰਹੀ ਹੈ, ਮੈਂ ਕਹਿੰਦਾ ਬ੍ਰੇਨ ਡਰੇਨ ਨਹੀਂ ਆ, ਮਨੀ ਡਰੇਨ ਵੀ ਆ। ਮਨੀ ਡਰੇਨ ਦੇ ਨਾਲ ਕੀ ਆ ਕਿ ਇਹਦੇ ਨਾਲ ਕੀ ਆ ਕਿ ਜਿਹੜਾ ਸਭ ਤੋਂ ਨੁਕਸਾਨ ਹੋ ਰਿਹਾ ਉਹ ਕਿ ਸਾਡੇ ਜਿਹੜੇ ਇੱਥੋਂ ਦੇ ਐਜੂਕੇਸ਼ਨ ਅਦਾਰੇ ਆ ਉਹ ਮਰ ਰਹੇ। ਇੱਥੇ ਜਿਹੜੇ ਨੌਜਵਾਨ ਉੱਦਮੀ ਨੌਜਵਾਨ ਆ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਸ਼ਕਤੀ ਹੁੰਦੀ ਹੈ, ਜਿਹੜੇ ਸਭ ਤੋਂ ਵੱਧ ਪੜ੍ਹੇ ਲਿਖੇ ਆ, ਜਿਹੜੇ ਸਭ ਤੋਂ ਵੱਧ ਕਿਸੇ ਕਾਰਜ ਨੂੰ ਕਰ ਸਕਦੇ ਆ। ਜਿਹੜੀ ਗੱਲ ਮੈਂ ਕਿ 20 ਤੋਂ 35 ਸਾਲ ਦਾ ਬੱਚਾ ਇੱਕ ਡਿਸਪਲਿਨ ਦੇ ਵਿੱਚ ਟ੍ਰੇਨਡ ਬੱਚਾ ਜਿਹੜਾ ਕੰਮ ਕਰ ਸਕਦਾ, ਉਹ ਬੱਚਾ ਬੰਦਾ 60 ਸਾਲ ਦਾ ਥੋੜ੍ਹਾ ਕਰ ਸਕਦਾ, ਉਹ 4 ਸਾਲ ਦਾ ਬੱਚਾ ਥੋੜ੍ਹਾ ਕਰ ਸਕਦਾ। ਸਭ ਤੋਂ ਵੱਧ ਪ੍ਰੋਡਕਟਿਵ ਉਤਪਾਦਕ ਉਮਰ ਦਾ ਬੰਦਾ, ਸਭ ਤੋਂ ਵੱਧ ਸ਼ਕਤੀਸ਼ਾਲੀ ਬੰਦਾ, ਸਭ ਤੋਂ ਵੱਧ ਸਿਆਣਾ ਬੰਦਾ ਜੇ ਸਾਡਾ ਇੱਥੋਂ ਬਾਹਰ ਜਾ ਰਿਹਾ। ਮੈਂ ਕਹਿ ਰਿਹਾ ਕਿ ਕਦੇ ਵੀ ਨਹੀਂ ਹੋਣਾ ਕਿ ਸਾਰਾ ਪੰਜਾਬ ਖਾਲੀ ਹੋ ਜੇ, ਇਹ ਗੱਲ ਨਹੀਂ ਹੋਣੀਗੀ। ਬਾਕੀ ਉਹ ਦੇਸ਼ਾਂ ਨੇ ਆਪੇ ਪਾਬੰਦੀਆਂ ਲਾ ਦੇਣੀਆਂ। ਇਸ ਦੇ ਬਾਵਜੂਦ ਜਿਹੜਾ ਸਾਡਾ ਨੌਜਵਾਨ ਸਭ ਤੋਂ ਵੱਧ ਸਮਰੱਥਾਵਾਨ ਸੀ ਉਹ ਬਾਹਰ ਜਾ ਰਿਹਾ। ਨੁਕਸਾਨ ਸਮਰੱਥਾਵਾਨ, ਉੱਦਮੀ, ਸਿਆਣੇ, ਪੜ੍ਹੇ ਲਿਖੇ ਨੌਜਵਾਨ ਦੇ ਜਾਣ ਦਾ ਹੋ ਰਿਹਾ। ਇਹਦੇ ਵਿੱਚ ਫਿਰ ਇਹ ਵੀ ਕਾਰਨ ਆ ਰਿਹਾ ਕਿ ਵਿਕਾਸ ਦੀ ਜਿਹੜੀ ਦਰ ਆ ਪੰਜਾਬ ਦੀ ਉਹ ਫਿਰ ਹੌਲੀ ਹੁੰਦੀ ਜਾ ਰਹੀ। ਦੇਖੋ ਉਹਦੇ ਵਿੱਚ ਇਹ ਆ ਕਿ ਦੋ ਚੀਜ਼ਾਂ ਨਾਲ ਉਹਦੀ ਭਰਪਾਈ ਹੋਈ ਆ ਜਾਂ ਦੋ ਚੀਜ਼ਾਂ ਉਹਦੇ ਨਾਲ ਵਾਪਰਨਗੀਆਂ। ਇੱਕ ਤਾਂ ਉਹਦੇ ਨਾਲ ਚੀਜ਼ ਇਹ ਵਾਪਰ ਰਹੀ ਹੈ ਕਿ ਜਦੋਂ ਸਾਡੇ ਇੱਥੇ ਮੈਨ ਪਾਵਰ ਦੀ ਘਾਟ ਪਊਗੀ, ਮੈਂ ਕਿ ਨਿਸ਼ਚਿਤ ਕੰਮ ਕਰਨ ਵਾਲੇ ਬੰਦੇ ਘਟਣਗੇ ਕਿ ਜੇ ਇੱਕ ਜੱਟ ਦੇ 4 ਪੁੱਤ ਸੀਗੇ ਅਤੇ ਉਹਨਾਂ 'ਚੋਂ ਜੇ 3 ਬਾਹਰ ਚਲੇ ਗਏ ਤਾਂ ਨਿਸ਼ਚੇ ਹੀ ਉਹਨੂੰ ਖੇਤੀ ਲਈ ਬੰਦਾ ਬਾਹਰੋਂ ਲੈਣੇ ਪੈਣਗੇ। ਉਹਦੇ ਨਾਲ ਭਾਰਤ ਦੇ ਜਿਹੜੇ ਪੰਜਾਬ ਨਾਲੋਂ ਗਰੀਬ ਸੂਬੇ ਨੇ ਉਹਨਾਂ ਤੋਂ ਪ੍ਰਵਾਸ ਵਧੂਗਾ।
ਉਹਨਾਂ ਤੋਂ ਪ੍ਰਵਾਸ ਵਧੂਗਾ ਹੀ, ਨਿਸ਼ਚਿਤ ਹੀ ਪ੍ਰਵਾਸ ਵਧੂਗਾ, ਥਾਂ ਉਹ ਪੂਰਤੀ ਕਰਨਗੇ। ਪਹਿਲਾਂ ਜਿਹਨਾਂ ਨੂੰ ਅਸੀਂ ਕਹਿੰਦੇ ਸੀ ਪ੍ਰਵਾਸੀ ਮਜ਼ਦੂਰ, ਉਹ ਸਾਡੇ ਘਰਾਂ ਦੇ ਵਿੱਚ ਸਿਰਫ ਟਾਈਮ ਸਿਰ ਹੀ ਕੰਮ ਕਰਦੇ ਸੀਗੇ ਕਿ ਝੋਨੇ ਦੀ ਲਵਾਈ ਅਤੇ ਕਣਕ ਦੀ ਕਟਾਈ ਸਮੇਂ। ਹੌਲੀ ਹੌਲੀ ਇਹ ਕਿ ਡੰਗਰ ਹੈ ਜਿਹੜਾ ਦਿਨ ਰਾਤ ਸਾਂਭਣ ਦਾ ਕੰਮ ਆ, ਡੰਗਰਾਂ ਦਾ ਕੰਮ ਉਹਨਾਂ ਨੇ ਸਾਂਭ ਲਿਆ। ਡੰਗਰਾਂ ਦੇ ਕੰਮ ਤੋਂ ਅੱਗੇ ਆ ਕੇ ਉਹਨਾਂ ਨੇ ਟਰੈਕਟਰ ਕੰਬਾਈਨਾਂ ਚਲਾਉਣੀਆਂ ਸ਼ੁਰੂ ਕਰਤੀਆਂ। ਹੌਲੀ ਹੌਲੀ ਇਹ ਆ ਕਿ ਕਾਰਾਂ ਦੇ ਡਰਾਈਵਰ ਉਹ ਆ ਗਏ। ਹੌਲੀ ਹੌਲੀ ਕੀ ਹੈਗਾ ਕਿ ਉਹਨਾਂ ਨੇ ਸਾਡਾ ਖੇਤੀ ਦਾ ਕਾਰੋਬਾਰ ਲਗਭਗ ਸਾਰਾ ਹੀ ਸਾਂਭ ਲਿਆ। ਉਹਦੇ ਉਲਟੇ ਕਿ ਜਿਹੜੀਆਂ ਸਾਡਾ ਸ਼ਹਿਰ ਦੇ ਵਿੱਚ ਜਿਹੜਾ ਸਾਡਾ ਕੰਮਕਾਰ ਹੈਗਾ, ਉਹਦੇ ਵਿੱਚ ਜਿਹੜੀ ਇਮਾਰਤ ਸਾਜੀ ਹੈਗੀ ਆ, ਉਹਦੇ ਵਿੱਚ ਚਾਹੇ ਪੱਥਰ ਲਾਉਣਾ ਹੈ, ਚਾਹੇ ਸੀਵਰ ਪਾਉਣਾ ਹੈ, ਚਾਹੇ ਬਿਜਲੀ ਲਾਉਣੀ ਆ, ਉਹ ਕੰਮ ਵੀ ਸਾਰਾ ਪ੍ਰਵਾਸੀਆਂ ਨੇ ਸਾਂਭ ਲਿਆ। ਜੇ ਥਾਂ ਇੱਥੇ ਖਾਲੀ ਹੋਊਗੀ ਤਾਂ ਨਿਸ਼ਚਿਤ ਬਾਹਰੋਂ ਵਰਕਫੋਰਸ ਆਊਗੀ। ਤਾਂ ਇੱਕ ਤਾਂ ਇਹ ਕਿ ਦੂਸਰੇ ਸੂਬਿਆਂ ਤੋਂ ਇੱਥੇ ਪ੍ਰਵਾਸ ਵਧੂਗਾ। ਇੱਕ ਜਿਹੜੀ ਗੱਲ ਲੱਗਦੀ ਆ ਕਿ ਇਹਦੇ ਨਾਲ ਜਿਹੜਾ ਸੱਭਿਆਚਾਰ ਨੂੰ, ਸਾਡੇ ਪੰਜਾਬੀ ਭਾਸ਼ਾ ਨੂੰ ਖੋਰਾ ਲੱਗੂਗਾ। ਉਹ ਖੋਰਾ ਇਸ ਕਰਕੇ ਲੱਗੂਗਾ ਕਿ ਜਿਹੜੇ ਮਾਂ ਪਿਓ ਦੇ ਅੰਦਰ ਇੱਕ ਹੋੜ ਪੈ ਗਈ ਕਿ ਜਦੋਂ ਬੱਚੇ ਨੇ ਬਾਹਰ ਜਾਣਾ ਤਾਂ ਫਿਰ ਅਸੀਂ ਉਸ ਭਾਸ਼ਾ 'ਚ ਟ੍ਰੇਨਡ ਕਰੀਏ ਕਿ ਜਿਹੜੀ ਭਾਸ਼ਾ ਉਹਨੂੰ ਬਾਹਰ ਰੁਜ਼ਗਾਰ 'ਚ ਕੰਮ ਦੇਵੇ। ਉਹ ਇਹ ਕਿ ਹੁਣ ਇਸ ਵੇਲੇ ਇਹ ਕਿ ਵੀ ਸਭ ਤੋਂ ਵੱਧ ਜਿਹੜੇ ਆਇਲ ਸੈਂਟਰ ਆ, ਅਤੇ ਜੇ ਕੋਈ ਸੈਕੰਡ ਲੈਂਗੁਏਜ ਸਿੱਖਣੀ ਚਾਹੁੰਦਾ ਤਾਂ ਫਰੈਂਚ ਸਿੱਖਣੀ ਚਾਹੁੰਦਾ, ਕਿਉਂਕਿ ਉਹਨੂੰ ਲੱਗਦਾ ਹੈ ਕਿ ਫਰੈਂਚ ਦੇ ਨਾਲ ਉਹ ਯੂਰਪ ਦੇ ਵਿੱਚ ਅਤੇ ਕੈਨੇਡਾ ਦੇ ਵਿੱਚ ਉਹਦੇ ਨੰਬਰ ਵਧਣਗੇ, ਤਾਂ ਉਹ ਫਰੈਂਚ ਸਿੱਖਦੇ ਆ। ਤਾਂ ਪੰਜਾਬੀ ਭਾਸ਼ਾ ਨੂੰ ਇਹਦੇ ਨਾਲ ਖੋਰਾ ਲੱਗੂਗਾ ਜਾਂ ਪੰਜਾਬੀ ਸੱਭਿਆਚਾਰ ਨੂੰ ਖੋਰਾ ਲੱਗੂਗਾ। ਇਹ ਵੀ ਹੈ ਕਿ ਜੈਸਾ ਦੇਸ਼ ਵੈਸਾ ਭੇਸ ਹੋ ਜਾਂਦਾ। ਭਾਵੇਂ ਬਹੁਤ ਸਾਰੇ ਬੰਦੇ ਬਾਹਰ ਜਾ ਕੇ ਵੀ ਪੰਜਾਬੀ ਸੱਭਿਆਚਾਰ ਦੀਆਂ ਰੀਤਾਂ ਨੂੰ ਜਿਉਂਦਿਆਂ ਰੱਖ ਰਹੇ ਆ, ਪਰ ਹੌਲੀ ਹੌਲੀ ਇਹ ਇੱਕ ਪੀੜ੍ਹੀ ਵੱਧ ਤੋਂ ਵੱਧ ਰੱਖ ਸਕੂਗੀ। ਜਿਹੜੀ ਨਵੀਂ ਪੀੜ੍ਹੀ ਆ ਉਹ ਸ਼ਾਇਦ ਇਹ ਚੀਜ਼ ਰੱਖੋ ਦੇਗੀ। ਆਖਰੀ ਸਵਾਲ ਰਹੂਗਾ ਮੇਰਾ, ਜਿਵੇਂ ਤੁਸੀਂ ਆਖਿਆ ਕਿ ਐਲਸ ਸੈਂਟਰ ਜਿਹੜੇ ਖੁੱਲ੍ਹੇ ਹੋਏ ਨੇ, ਆਪਾਂ ਇੱਕ ਚੀਜ਼ ਦੇਖ ਰਹੇ ਕਿ ਕਦੋਂ ਕਰਵਾਉਣੀ ਚਾਹੀਦੀ ਹੈ? ਜੇ ਬੱਚੇ ਨੂੰ ਮੰਨ ਲਓ ਕਿਸੇ ਨੇ ਕਿਹਾ ਕਿ ਬਾਹਰ ਭੇਜਣਾ ਹੈ, ਤੁਹਾਨੂੰ ਲੱਗਦਾ ਕਿ 12ਵੀਂ ਕਰਦੇ ਸਾਰ ਬੱਚੇ ਨੂੰ ਐਲਸ ਕਰਵਾ ਕੇ ਬਾਹਰ ਭੇਜ ਦੇਣਾ ਚਾਹੀਦਾ, ਜਾਂ ਉਸ ਨੂੰ ਕੋਈ ਹੋਰ ਕੋਰਸ ਕਰਵਾਉਣਾ ਚਾਹੀਦਾ, BA ਹੋ ਗਈ, ਜਾਂ ਕਿਸੇ ਕਾਲਜ ਦੇ ਵਿੱਚ ਉਹਨੂੰ ਆਉਣ ਜਾਣ ਦਾ ਉਹਨੂੰ ਪਤਾ ਲੱਗਣਾ ਚਾਹੀਦਾ ਕਿ ਕੋਈ ਪੈਸਾ ਕਿਵੇਂ ਖਰਚੀਦਾ, ਕੋਈ ਕਿਰਾਇਆ ਕਿਵੇਂ ਲਾਈਦਾ? ਆਹ ਚੀਜ਼ ਤੁਹਾਨੂੰ ਲੱਗਦਾ ਕਿ ਲੋੜ ਹੁੰਦੀ ਹੈ? ਦੇਖੋ, ਵੈਸੇ ਤਾਂ ਇਹ ਕਿ ਮਾਂ ਪਿਓ ਨੂੰ ਜਿਹੜੀ ਮੁੱਖ ਗੱਲ ਲੱਗਦੀ ਉਹ ਇਹ ਲੱਗਦੀ ਆ ਕਿ ਜਦੋਂ ਅਸੀਂ ਬੱਚੇ 'ਤੇ ਪੈਸਾ ਖਰਚਣਾ ਤਾਂ ਜ਼ਿਆਦਾ ਸਾਲ ਖਰਚਣ ਦੀ ਬਜਾਏ ਘੱਟ ਸਾਲ ਖਰਚ ਗਏ ਅਤੇ ਬੱਚੇ ਨੂੰ ਛੇਤੀ ਤੋਂ ਛੇਤੀ ਬਾਹਰਲੇ ਮੁਲਕ ਭੇਜ ਦਈਏ। ਅਤੇ ਦੂਸਰੀ ਗੱਲ ਇਹ ਕਿ ਉੱਥੋਂ ਦੀ ਪੜ੍ਹਾਈ ਕਰੂਗਾ ਤਾਂ ਉੱਥੇ ਛੇਤੀ ਐਡਜਸਟ ਹੋ ਜਾਊਗਾ। ਇਹ ਇੱਕ ਪੱਖ ਆ, ਪਰ ਇਹਦੇ ਨਾਲ ਜਿਹੜਾ ਨੁਕਸਾਨ ਹੋ ਰਿਹਾ ਹੈ ਕਿ ਬਹੁਤ ਸਾਰੇ ਜਿਹੜੇ ਬੱਚੇ ਆ ਉਹ ਮਾਂ ਪਿਓ ਦੇ ਪੈਸੇ 'ਤੇ ਜਾ ਰਹੇ ਆ, ਅਤੇ ਜਦੋਂ ਉਹਨਾਂ ਨੂੰ ਆਪ ਕਮਾਈ ਕਰਨੀ ਪੈਂਦੀ ਆ, ਉਹਨਾਂ ਨੇ ਕਦੇ ਕੋਈ ਕੰਮ ਨਹੀਂ ਕੀਤਾ ਹੁੰਦਾ, ਅਤੇ ਉੱਥੇ ਫਿਰ ਉਹ ਜਿਹਨੂੰ ਕਹਿੰਦੇ ਆ ਵੀ ਚੀਕਾਂ ਮਾਰਦੇ ਆ। ਉਹਦੇ ਲਈ 2-3 ਚੀਜ਼ਾਂ ਬਹੁਤ ਜ਼ਰੂਰੀ ਹੈ। ਇੱਕ ਤਾਂ ਇਹ ਕਿ ਜਿਹੜੇ ਬੱਚੇ ਨੂੰ ਤੁਸੀਂ ਇੱਥੋਂ ਸਕਿੱਲ ਸਿਖਾ ਕੇ ਭੇਜੋਗੇ, ਚਾਹੇ ਉਹ ਤੁਸੀਂ JCB ਮਸ਼ੀਨ ਚਲਾਉਣੀ ਸਿਖਾ ਕੇ ਭੇਜ ਦਿਓ, ਚਾਹੇ ਪਲੰਬਰਿੰਗ ਦਾ ਕੰਮ ਸਿਖਾ ਕੇ ਭੇਜ ਦਿਓ, ਚਾਹੇ ਬਿਜਲੀ ਦਾ ਕੰਮ ਸਿਖਾ ਕੇ ਭੇਜ ਦਿਓ, ਕੋਈ ਵੀ ਸਕਿੱਲ। ਦੇਖੋ, ਜਿਹੜੇ ਪ੍ਰੋਫੈਸ਼ਨਲ ਹਾਈ ਐਂਡ ਪ੍ਰੋਫੈਸ਼ਨਲ ਆ, ਡਾਕਟਰ, ਇੰਜੀਨੀਅਰ, ਕੰਪਿਊਟਰ ਮਾਰ, ਡਾਟਾ ਆਪਰੇਟਰ, ਉਹਨਾਂ ਦੀ ਤਾਂ ਹੈ ਹੀ ਹੈ ਡਿਮਾਂਡ, ਪਰ ਹਰ ਬੰਦਾ ਨਹੀਂ ਬਣ ਸਕਦਾ, ਉਹਨਾਂ ਦੀਆਂ ਫੀਸਾਂ ਨਹੀਂ ਪੇ ਕਰ ਸਕਦਾ। ਹਰੇਕ ਬੰਦਾ ਡਾਕਟਰ ਬਣ ਕੇ ਨਹੀਂ ਜਾ ਸਕਦਾ, ਹਰੇਕ ਬੰਦਾ ਵਕੀਲ ਬਣ ਕੇ ਨਹੀਂ ਜਾ ਸਕਦਾ ਗਾ, ਨਿਸ਼ਚਿਤ। ਤਾਂ ਪਰ ਬਹੁਤ ਸਾਰੇ ਧੰਦੇ ਆ ਕਿ ਜਿਨ੍ਹਾਂ ਵਿੱਚ ਬਹੁਤ ਪੈਸੇ ਆ। ਉਹ ਮੈਂ ਜਿਵੇਂ ਕਿਹਾ ਹੈਗਾ ਕਿ ਚਾਹੇ ਪਲੰਬਰਿੰਗ ਹੋਵੇ, ਚਾਹੇ ਲੱਕੜ ਦਾ ਕੰਮ ਹੋਵੇ, ਚਾਹੇ ਬਿਜਲੀ ਦਾ ਕੰਮ ਹੋਵੇ, ਚਾਹੇ ਈਵਨ ਮਸ਼ੀਨਾਂ ਚਲਾਉਣੀਆਂ ਹੋਣ, ਅਤੇ ਇੱਕ ਕੰਮ ਦੀ ਆਦਤ ਆ ਜਿਹੜੀ। ਅਤੇ ਸਭ ਤੋਂ ਜਿਹੜੀ ਵੱਡੀ ਗੱਲ ਹੈਗੀ ਆ ਕਿ ਜਿਹੜੇ ਆਮ ਜਿਹੇ ਕੰਮ ਹੁੰਦੇ ਆ, ਜਿਹੜੇ ਕਿਸੇ ਪੈਸੇ ਲਈ ਨਹੀਂ, ਆਪਣੀ ਜ਼ਿੰਦਗੀ ਜੀਣ ਲਈ ਜ਼ਿਆਦਾ ਜ਼ਰੂਰੀ ਹੈ। ਮੰਨ ਲਓ ਰੋਟੀਆਂ ਪਕਾਉਣੀਆਂ, ਮੰਨ ਲਓ ਆਪਣੇ ਕੱਪੜੇ ਆਪ ਧੋਣੇ, ਮੰਨ ਲਓ ਇਹੋ ਜਿਹੇ ਜਿਹੜੇ ਕੰਮ ਭਾਂਡੇ ਮਾਂਜਣੇ, ਇਹ ਬਹੁਤ ਸਾਰੇ ਜਿਹੜੇ ਸਾਡੇ ਮੱਧ ਵਰਗ ਦੇ ਬੱਚੇ ਹੈਗੇ ਆ, ਉਹਨਾਂ ਨੂੰ ਘਰਾਂ 'ਚੋਂ ਇਸ ਗੱਲ ਦੀ ਟ੍ਰੇਨਿੰਗ ਹੀ ਨਹੀਂ ਹੁੰਦੀ। ਕਦੇ ਉਹਨਾਂ ਨੇ ਖੁਦ ਰੋਟੀ ਬਣਾਈ ਤਾਂ ਕੀ, ਕਦੇ ਪਾਈ ਵੀ ਨਹੀਂ ਹੁੰਦੀ, ਖੁਦ ਆਪ ਪਾ ਕੇ ਵੀ ਨਹੀਂ ਖਾਧੀ ਹੁੰਦੀ। ਉਹ ਫਿਰ ਜਾ ਕੇ ਉੱਥੇ ਜ਼ਿਆਦਾ ਔਖੇ ਰਹਿੰਦੇ ਆ। ਤਾਂ ਇਹ ਜ਼ਰੂਰ ਉਹਨਾਂ ਨੂੰ ਸਿਖਾਉਣ ਦੀ ਜ਼ਰੂਰਤ ਹੈਗੀ ਆ ਕਿ ਸਕਿੱਲ ਸਿੱਖ ਕੇ ਜਾਓ। ਸਕਿੱਲ ਦੋਵੇਂ ਤਰ੍ਹਾਂ ਦੀ, ਪ੍ਰੋਫੈਸ਼ਨਲ ਸਕਿੱਲ ਵੀ ਅਤੇ ਪਰਸਨਲ ਜਿਹੜੀ ਸਕਿੱਲ ਵੀ। ਸਕਿੱਲ ਦੇ ਨਾਲ ਨਾਲ ਇੱਕ ਚੀਜ਼ ਹੋਰ ਵੀ ਉਹਨਾਂ ਨੂੰ ਸਿਖਾਉਣ ਦੀ ਜ਼ਰੂਰਤ ਹੈਗੀ ਆ, ਸਭ ਤੋਂ ਵੱਡੀ, ਕਿ ਜਿਸ ਦੇਸ਼ ਵਿੱਚ ਤੁਸੀਂ ਰਹਿੰਦੇ ਆ ਉਸ ਦੇਸ਼ ਦੇ ਕਾਨੂੰਨ ਦਾ ਸਤਿਕਾਰ ਕਰੋ। ਅਤੇ ਜੇ ਤੁਸੀਂ ਉਸ ਦੇਸ਼ ਦੇ ਕਾਨੂੰਨ ਦਾ ਸਤਿਕਾਰ ਨਹੀਂ ਕਰੋਗੇ, ਕਈ ਵਾਰ ਕੀ ਕਹਿੰਦੇ ਆ ਕਿ ਜਿਹੜੀ ਉੱਥੋਂ ਦੀ ਪੁਲਿਸ ਆ ਬੜੀ ਸੱਭਿਅਕ ਆ,
ਤੇ ਛੇਤੀ ਕੀਤੇ ਉਹ ਬੰਦੇ ਨੂੰ ਹੱਥ ਨਹੀਂ ਪਾਉਂਦੀ। ਤਾਂ ਬਹੁਤ ਸਾਰੇ ਬੰਦੇ ਇਸ ਭੁਲੇਖੇ 'ਚ ਪੈਂਦੇ ਰਹਿੰਦੇ ਆ ਕਿ ਆਪਦੇ ਫੁਕਰੇਪਣ ਦੇ ਵਿੱਚ ਉਹ ਸਾਨੂੰ ਪੰਜਾਬੀਆਂ ਨੂੰ ਕੀ ਹੁੰਦਾ, ਅਸੀਂ ਤਾਂ ਐਂ ਕਰ ਜਾਂਦੇ ਹਾਂ, ਅਸੀਂ ਐਂ ਕਰ ਜਾਂਦੇ ਹਾਂ। ਫਿਰ ਉਹ ਵੱਡੇ ਕੇਸਾਂ ਦੇ ਵਿੱਚ ਫਸਦੇ ਆ ਅਤੇ ਫਿਰ ਉਹ ਲੰਮੀਆਂ ਸਜ਼ਾਵਾਂ ਭੁਗਤਦੇ ਆ ਅਤੇ ਫਿਰ ਉਹ ਡਿਪੋਰਟ ਹੁੰਦੇ ਆ, ਫਿਰ ਉਹਨਾਂ 'ਤੇ ਪਾਬੰਦੀਆਂ ਲੱਗਦੀਆਂ, ਅੱਗਾ ਵੀ ਮਾਰ ਜਾਂਦੇ ਨੇ, ਪਿੱਛਾ ਵੀ ਮਾਰ ਜਾਂਦੇ। ਇਸ ਕਰਕੇ ਇਹ ਵੀ ਮਾਂ ਪਿਓ ਨੂੰ ਚਾਹੀਦਾ ਕਿ ਬੱਚੇ ਨੂੰ ਜਿਸ ਦੇਸ਼ ਵਿੱਚ ਚੱਲਿਆ ਉਸ ਦੇਸ਼ ਦੇ ਕਾਨੂੰਨ ਦਾ ਸਤਿਕਾਰ ਸਿਖਾਉਣ ਅਤੇ ਉਸ ਨੂੰ ਇੱਕ ਸਿਵਿਕ ਸੈਂਸ ਆ ਜਿਹੜੀ ਉਹ ਵੀ ਸਿਖਾ ਕੇ ਤੋਰਨ। ਜ਼ਰੂਰੀ ਆ। ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਦਿੱਤਾ, ਬਹੁਤ ਵਧੀਆ ਲੱਗਿਆ ਤੁਹਾਡੀ ਦਿੱਤੀ ਗਈ ਜਾਣਕਾਰੀ ਨਾਲ। ਮੈਂ ਕਹਿੰਦਾ ਦਰਸ਼ਕ ਵੀ ਖੁਸ਼ ਹੋ ਚੁੱਕੇ ਹੋਣਗੇ। ਤੇ ਹਾਂ, ਆਪਣੇ ਕਮੈਂਟਸ ਦੇ ਵਿੱਚ ਸਵਾਲ ਛੱਡਦੇ ਜਾਇਓ ਤੇ ਅਗਲਾ ਟੌਪਿਕ ਜਾਂ ਉਸ ਸਵਾਲਾਂ ਦੇ ਜਵਾਬ ਲੈ ਕੇ ਵੀ ਹਾਜ਼ਰ ਹੋਵਾਂਗੇ ਬਰਾੜ ਸਾਹਿਬ ਨਾਲ। ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਆਪਣਾ ਸਮਾਂ ਦਿੱਤਾ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਤਦ ਤੱਕ ਲਈ ਮੈਨੂੰ ਬੜੀ ਹਰਮਨ ਰੱਖਣਾ। ਜ਼ਿਆਦਾ ਵਧੀਆ ਤੇ ਰਹਿਣਾ। ਧੰਨਵਾਦ।